ਜਿਹੜਾ ਅੱਜ ਅਸੀਂ ਧਰਨਾ ਲਾਇਆ ਜੀ, ਇਹ ਲਾਇਆ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਕਈ ਹਜ਼ਾਰ ਏਕੜ ਦੀ ਖੇਤੀ ਮੱਕੀ ਦੀ ਹੁੰਦੀ ਆ, ਪਰ ਮੱਕੀ ਸਾਲ ਦੇ ਵਿੱਚ ਇੱਕ ਵਾਰੇ ਫਸਲ ਹੁੰਦੀ ਆ ਇਸ ਇਲਾਕੇ 'ਚ, ਪਰ ਉਹ ਸੁੰਡੀ ਨੇ ਲਗਭਗ 70% ਤੋਂ ਲੈ ਕੇ 90% ਖਤਮ ਕਰਤੀ। ਕਿੱਡੀ ਸ਼ਰਮ ਵਾਲੀ ਗੱਲ ਹੈਗੀ ਆ ਜਿਹੜੀ ਮੈਂ ਤੁਹਾਡੇ ਜ਼ਰੀਏ ਪੂਰੇ ਪੰਜਾਬ ਨੂੰ, ਵਰਲਡ ਨੂੰ, ਆਵਾਮ ਨੂੰ ਦੱਸਣੀ ਚਾਹੁੰਦਾ ਵੀ ਇਸ ਇਲਾਕੇ ਦੇ ਕੇਪੀ ਰਾਣਾ ਜੋ ਵਿਧਾਨ ਸਭਾ ਦੇ ਸਪੀਕਰ ਆ, ਹੁਣ ਤੁਸੀਂ ਲਾ ਲਓ ਉਹ ਇਲਾਕੇ 'ਚ ਅਸੀਂ ਧਰਨਾ ਲਾਇਆ ਹੋਇਆ, ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਇਲਾਕੇ 'ਚ ਆਹ ਕੁਝ ਹੋ ਰਿਹਾ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਖਿਡਾਰੀ ਜਿੱਤ ਕੇ ਆਏ ਆ ਜਾਂ ਫਿਰ ਪਾਰਟਿਸਿਪੇਟ ਕੀਤਾ 올림픽 ਦੇ ਵਿੱਚ, ਜਿਨ੍ਹਾਂ ਨੇ ਉਹਨਾਂ ਨੂੰ ਖੁਦ ਪਕਵਾਨ ਬਣਾਉਂਦੇ ਨੇ, ਨੌਨ ਵੈਜ ਵੀ ਬਣਦਾ, ਮੁਰਗੇ ਵੀ ਉੱਥੇ ਭੁੰਨੇ ਜਾਂਦੇ ਆ, ਸਾਰਾ ਕੁਝ ਹੁੰਦਾ ਏ, ਉਹਨਾਂ ਨੂੰ ਦਿੱਤਾ ਜਾਂਦਾ। ਪਰ ਜਿਹੜੇ ਅੰਨਦਾਤਾ ਏ ਉਹਨਾਂ ਦੀ ਰੋਟੀ ਦੇ ਉੱਤੇ ਜਦੋਂ ਲੱਤ ਵੱਜਦੀ ਹੈ ਫਿਰ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਜੀ। ਇੱਕ ਮੈਂ ਤੁਹਾਨੂੰ ਵੈਸੇ ਮੈਂ ਹਿੰਦੀ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਸਾਡੀ ਤਾਂ ਮਾਂ ਬੋਲੀ ਜਿਹੜੀ ਪੰਜਾਬੀ ਆ, ਪਰ ਇੱਕ ਮੈਂ ਕਹਾਵਤ ਸੁਣਾਉਣੀ ਚਾਹੁੰਦਾ, ਇਹ ਲੋਕ ਉਹ ਲੋਕ ਨੇ ਆਗ ਲਗੇ ਬਸਤੀ ਮੇਂ ਹਮ ਰਹੇ ਮਸਤੀ ਮੇਂ। ਸਾਨੂੰ ਬਹੁਤ ਲੋਕ ਕਿਸਾਨ ਆਮ ਮਿਲ ਜਾਂਦੇ ਨੇ, ਉਹ ਕਹਿੰਦੇ ਆਮ ਕਿਸਾਨ ਖਾ ਰਹੇ ਜੁੱਤੀਆਂ, ਤੇ ਜਿਹੜੇ ਕਿਸਾਨੀ ਆਗੂ ਨੇ ਵਿੱਚ ਸਾਰੇ ਨਹੀਂ, ਕੁਛ ਆਗੂ ਉਹ ਸਰਕਾਰ ਨਾਲ ਮਿਲ ਕੇ ਖਾ ਰਹੇ ਪਨੀਰ ਦੇ ਪਕੌੜੇ, ਤੇ ਮਿਲ ਕੇ ਆਮ ਲੋਕ ਤਾਂ ਪਿਸ ਰਹੇ ਆ, ਆਮ ਕਿਸਾਨ ਤਾਂ ਜੁੱਤੀਆਂ ਖਾ ਰਹੇ ਨੇ ਸੜਕਾਂ ਤੇ। ਬਈ ਇਹਨਾਂ ਦੀ ਕਿਤੇ ਨਾ ਕਿਤੇ ਗੱਠ ਸੱਟ ਕੁਛ ਲੋਕ ਸਿਆਸੀ ਨੇ ਮੋਰਚੇ ਵਿੱਚ ਵੀ, ਬਈ ਉਹ ਸਾਡਾ ਨੁਕਸਾਨ ਕਰ ਰਹੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਗੰਨੇ ਦੇ ਸਮੇਂ ਕਰਵਾਇਆ ਗਿਆ ਸੀ, ਕਿ ਹੁਣ ਇੱਥੇ ਫਿਰ ਰਾਣਾ ਕੇਪੀ ਹੋਰਾਂ ਦਾ ਮੂੰਹ ਮਿੱਠਾ ਕਰਵਾਓਗੇ ਜੀ? ਦੇਖੋ ਜੀ, ਜੇ ਤਾਂ ਮੈਂ ਵਿੱਚ ਖੜਿਆ ਮੈਂ ਤਾਂ ਧੰਨਵਾਦ ਵੀ ਨਹੀਂ ਕਰੂੰਗਾ ਕਿਸੇ ਦਾ, ਕਿਉਂਕਿ ਅਸੀਂ ਆਪਣਾ ਹੱਕ ਮੰਗਿਆ, ਅਸੀਂ ਕਿਸੇ ਦਾ ਕਿਉਂ ਧੰਨਵਾਦ ਕਰੀਏ। ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਗੰਨੇ ਦਾ ਰੇਟ 5 ਸਾਲ ਵਧਿਆ, ਜੇ ਉਹਦੀ ਐਵਰੇਜ ਲਾਈਏ ਸਾਲ ਦਾ 10 ਰੁਪਏ ਬਣਦਾ, ਸਾਡਾ 5 ਸਾਲ ਤੋਂ ਰੇਟ ਨਹੀਂ ਵਧਿਆ, ਫਿਰ ਲੱਡੂ ਖਿਲਾਉਣ ਵਾਲੀ ਕਿਹੜੀ ਗੱਲ ਹੋ ਗਈ। ਜੇ ਆਪਾਂ ਨੇ ਗਲਤੀ ਕਰੀ ਆ ਤਾਂ ਅੱਜ ਕਾਂਗਰਸੀਆਂ ਨੇ ਪਿੱਛੇ ਕਿਸਾਨਾਂ ਦੀ ਲੱਡੂ ਕਰਾਉਂਦੇ ਫੋਟੋ ਤੇ ਬਾਅਦ 'ਚ MLA ਦੀ ਲਾ ਲਈ, ਇਹ ਆਪਾਂ ਨਾ ਆਪ ਹਾਸੀ ਨੂੰ ਆਪਾਂ ਖੇਡ ਬਣੇ ਆ। ਕੋਈ ਵੀ ਜੇ ਰੇਟ ਵਧਾਤਾ ਐਡੀ ਕਿਹੜੀ ਨੌਬਤ ਆ ਗਈ ਗੱਲ ਦੀ ਯਾਰ, ਵੀ ਆਪਾਂ ਖੁਸ਼ੀਆਂ 'ਚ ਜਦੇ ਲੱਡੂ ਵੀ ਐਟ ਏ ਟਾਈਮ ਪੈਦਾ ਹੋ ਕੇ ਮੂੰਹ ਮਿੱਠਾ ਕਰਾਈਏ। ਮੈਂ ਇਹ ਵੀ ਕਹਿਣਾ ਚਾਹੁੰਦਾ, ਕਿਸਾਨ ਆਗੂ ਨੇ ਇੱਥੋਂ ਬਹੁਤ ਕੁਝ ਸਿੱਖਣਾ ਚਾਹੀਦਾ। ਜੇ ਕੱਲ੍ਹ ਨੂੰ ਅਸੀਂ ਦਿੱਲੀ ਜਿੱਤ ਕੇ ਆ ਜਾਈਏ, ਦੇਖੋ ਕਿਤੇ ਮੋਦੀ ਦੇ ਸਰੋਪਾ ਨਾ ਪਾ ਦਿਓ। ਮੱਕੀ ਨੂੰ ਸੁੰਡੀ ਪੈਣ ਤੋਂ ਬਾਅਦ ਧਰਨਾ ਲਗਾਇਆ ਗਿਆ ਹੈ ਸ੍ਰੀ ਬੁੰਗਾ ਸਾਹਿਬ ਅਨੰਦਪੁਰ ਸਾਹਿਬ ਵਿਖੇ। ਇਸ ਦੇ ਵਿੱਚ ਬਹੁਤ ਸਾਰੇ ਆਮ ਕਿਸਾਨ ਪਹੁੰਚੇ ਨੇ ਤੇ ਉੱਥੇ ਹੀ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਹੈਗੇ ਨੇ ਉਹ ਇਸ ਮੋਰਚੇ ਦੇ ਵਿੱਚ ਪਹੁੰਚੇ ਨੇ। ਗੁਰਿੰਦਰ ਸਿੰਘ ਭੰਗੂ ਸਾਹਿਬ ਜਿਹੜੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜਨਰਲ ਸਕੱਤਰ ਵੀ ਨੇ, ਗੱਲਬਾਤ ਕਰਦੇ ਹਾਂ। ਖੋਸਾ ਸਾਹਿਬ, ਕੀ ਲੋੜ ਪੈ ਗਈ ਵੀ ਅੱਜ, ਕਿਉਂਕਿ ਸਰਕਾਰਾਂ ਲਗਾਤਾਰ ਦਾਅਵੇ ਕਰਦੀਆਂ ਨੇ, ਸਾਡੇ ਖਾਸ ਤੌਰ ਤੇ ਪੰਜਾਬ ਦਾ ਹਰ ਮੰਤਰੀ, ਹਰ ਲੀਡਰ ਵੀ ਅਸੀਂ ਕਿਸਾਨਾਂ ਦੇ ਨਾਲ ਆ, ਮੋਢੇ ਨਾਲ ਮੋਢਾ ਜੋੜ ਕੇ ਖੜੇ ਆ, ਪਰ ਧਰਨਾ ਲਾਉਣਾ ਪੈ ਰਿਹਾ, ਮੋਰਚਾ ਲਾਉਣਾ ਪੈ ਰਿਹਾ। ਇਹ ਜਿਹੜਾ ਅੱਜ ਅਸੀਂ ਧਰਨਾ ਲਾਇਆ ਜੀ, ਇਹ ਲਾਇਆ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਕਈ ਹਜ਼ਾਰ ਏਕੜ ਦੀ ਖੇਤੀ ਮੱਕੀ ਦੀ ਹੁੰਦੀ ਆ, ਪਰ ਮੱਕੀ ਸਾਲ ਦੇ ਵਿੱਚ ਇੱਕ ਵਾਰੇ ਫਸਲ ਹੁੰਦੀ ਆ ਇਸ ਇਲਾਕੇ 'ਚ, ਪਰ ਉਹ ਸੁੰਡੀ ਨੇ ਲਗਭਗ 70% ਤੋਂ ਲੈ ਕੇ 90% ਖਤਮ ਕਰਤੀ। ਸਭ ਤੋਂ ਪਹਿਲਾਂ ਤਾਂ ਮੈਂ ਨਿੰਦਾ ਕਰਦਾ ਜਿਹੜੇ ਦਫ਼ਤਰਾਂ ਦੇ ਵਿੱਚ ਖੇਤੀਬਾੜੀ ਮਹਿਕਮਾ ਬੈਠਾ, ਕਿਉਂਕਿ ਹਰ ਬਲਾਕ ਦੇ ਵਿੱਚ ਇੱਕ ਖੇਤੀਬਾੜੀ ਮਹਿਕਮੇ ਦਾ ਦਫ਼ਤਰ ਆ, ਜੇ ਕਿ ਉਹ ਪਿੰਡਾਂ ਵਿੱਚ ਨਹੀਂ ਜਾਂਦੇ, ਉੱਥੋਂ ਬੈਠੇ ਹੀ ਰਿਪੋਰਟ ਬਣਾਈ ਜਾਂਦੇ ਆ। ਕਿਸਾਨਾਂ ਨੇ ਆਪਣੀ ਬਾਹ ਲਾਈ, ਅੱਜ ਸਰਕਾਰਾਂ ਚਾਹੁੰਦੀਆਂ ਨੇ ਵੀ ਬਦਲ, ਝੋਨੇ ਤੇ ਕਣਕ ਦਾ ਬਦਲ, ਆਹ ਬਦਲ ਪਿੱਛੇ ਅੱਜ ਸਾਡੀ 15 ਤੋਂ 20 ਹਜ਼ਾਰ ਏਕੜ ਫਸਲ ਬਰਬਾਦ ਹੋ ਚੁੱਕੀ ਆ, ਜਿਹਦੇ ਕਾਰਨ ਅੱਜ ਸਾਨੂੰ ਧਰਨਾ ਲਾਉਣਾ ਪਿਆ। ਦੂਜੀ ਗੱਲ, ਜਿਹੜਾ ਤੁਸੀਂ ਸਵਾਲ ਕੀਤਾ ਸਿਆਸੀ ਪਾਰਟੀਆਂ ਦਾ, ਦੇਖੋ ਸਿਆਸੀ ਪਾਰਟੀ ਕੋਈ ਵੀ ਆ, ਉਹਨਾਂ ਨੇ ਡਰਾਮੇਬਾਜ਼ੀ ਆ, ਝੂਠੇ ਵਾਅਦੇ ਆ। ਹੁਣ ਮੈਂ ਤੁਹਾਨੂੰ ਜਿਹੜੀ ਧਰਤੀ ਤੇ ਅਸੀਂ ਅੱਜ ਧਰਨਾ ਲਾਇਆ, ਗੁਰੂਆਂ ਦੀ ਧਰਤੀ ਆ ਅਨੰਦਪੁਰ ਸਾਹਿਬ, ਅੱਜ ਬੁੰਗਾ ਸਾਹਿਬ ਅਸੀਂ ਧਰਨਾ ਲਾਇਆ ਹੋਇਆ, ਤੇ ਉਹਦੇ ਵਿੱਚ ਇਸ ਇਲਾਕੇ ਦਾ ਕਿੱਡੀ ਵੱਡੀ ਗੱਲ ਆ, ਕਿੱਡੀ ਸ਼ਰਮ ਵਾਲੀ ਗੱਲ ਹੈਗੀ ਆ ਜਿਹੜੀ ਮੈਂ ਤੁਹਾਡੇ ਜ਼ਰੀਏ ਪੂਰੇ ਪੰਜਾਬ ਨੂੰ, ਵਰਲਡ ਨੂੰ, ਆਵਾਮ ਨੂੰ ਦੱਸਣੀ ਚਾਹੁੰਦਾ ਵੀ ਇਸ ਇਲਾਕੇ ਦੇ ਕੇਪੀ ਰਾਣਾ ਜੋ ਵਿਧਾਨ ਸਭਾ ਦੇ ਸਪੀਕਰ ਆ, ਹੁਣ ਤੁਸੀਂ ਲਾ ਲਓ ਉਹ ਇਲਾਕੇ 'ਚ ਅਸੀਂ ਧਰਨਾ ਲਾਇਆ ਹੋਇਆ, ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਇਲਾਕੇ 'ਚ ਆਹ ਕੁਝ ਹੋ ਰਿਹਾ। ਦੂਜੇ ਨੰਬਰ ਤੇ ਜਿਹੜਾ ਹੈਗਾ ਵਰਿੰਦਰ ਢਿੱਲੋਂ ਜੀ, ਉਹ ਹੈਗੇ ਆ ਪੰਜਾਬ ਦੇ ਯੂਥ ਦੇ ਪ੍ਰਧਾਨ ਰੋਪੜ ਤੋਂ, ਉਹਨਾਂ ਦਾ ਇਲਾਕਾ ਪੈਂਦਾ। ਤੀਜੇ ਜਿਹੜੇ ਬਹੁਤ ਕਹਿੰਦੇ ਆ ਵੀ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ, ਡਾਕਟਰ ਦਲਜੀਤ ਸਿੰਘ ਚੀਮਾ, ਜਿਨ੍ਹਾਂ ਦਾ ਅਸੀਂ ਪਿੱਛੇ ਘਰਾਓ ਵੀ ਕੀਤਾ ਤਾ, ਨਾ ਉਹਨਾਂ ਨੇ ਆਵਾਜ਼ ਉਠਾਈ ਆ, ਉਹ ਤਾਂ ਆਪੋਜੀਸ਼ਨ 'ਚ ਨਾ, ਉਹ ਤਾਂ ਆਵਾਜ਼ ਉਠਾ ਸਕਦੇ ਆ। ਦੂਜੀ ਗੱਲ, ਇਹਦੇ ਵਿੱਚ ਇੱਥੇ ਦਾ ਇਸ ਇਲਾਕੇ ਦਾ MLA
ਪਹਿਲਾਂ ਸੰਦੋਆ ਅਮਰਜੀਤ ਸਿੰਘ ਸੰਦੋਆ ਜੋ ਆਮ ਪਾਰਟੀ ਤੋਂ ਜਿੱਤਿਆ ਸੀ, ਫਿਰ ਕਾਂਗਰਸ 'ਚ ਚਲੇ ਗਿਆ, ਮੁੜ ਕੇ ਫਿਰ ਆਪਣੇ ਘਰੇ ਮੁੜ ਆਇਆ, ਉਸ ਆਮ ਪਾਰਟੀ 'ਚ ਆ ਗਿਆ। ਕਿਸੇ ਵੀ ਆਗੂ ਜੋ ਸਿਆਸੀ ਆਗੂ ਆ ਉਹਨੂੰ ਸਿਰਫ ਆਪਣੀ ਕੁਰਸੀ ਚਾਹੀਦੀ ਆ, ਵੋਟਾਂ ਚਾਹੀਦੀਆਂ। ਆਵਾਮ ਬਾਰੇ, ਕਿਸਾਨਾਂ ਬਾਰੇ, ਮਜ਼ਦੂਰਾਂ ਬਾਰੇ ਇਹਨਾਂ ਨੂੰ ਕੋਈ ਦਰਦ ਨਹੀਂ। ਅੱਜ ਜਾਗ ਚੁੱਕੇ ਆ, ਇਸ ਇਲਾਕੇ ਦੇ ਲੋਕ ਜਾਗ ਚੁੱਕੇ ਆ। ਅਸੀਂ ਵੀ ਇਹਨਾਂ ਨਾਲ ਮੀਟਿੰਗਾਂ ਹੋਈਆਂ, ਸਾਡੀ ਵੀ ਕਮੇਟੀ ਬਣੀ ਇਹਨਾਂ ਦੇ ਨਾਲ। ਅੱਜ ਅਸੀਂ ਧਰਨਾ ਲਾਇਆ। ਇਸ ਧਰਨੇ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਾਡੀ ਗੱਲ ਹੈਗੀ ਆ ਵੀ ਜਿਹੜੀ 3 ਵਾਰ ਮੀਟਿੰਗ ਹੋ ਚੁੱਕੀ ਆ ਡੀਸੀ ਸਾਹਿਬ ਨਾਲ, ਉਹਨਾਂ ਨੇ ਕੋਈ ਮਤਲਬ ਸਹੀ ਕਲੀਅਰ ਗੱਲ ਨਹੀਂ ਕਰੀ ਵੀ ਪਟਵਾਰੀਆਂ ਦੀ ਹੜਤਾਲ ਚੱਲਦੀ ਆ। ਦੇਖੋ ਕਿਸਾਨ ਮਰ ਰਿਹਾ, ਪਟਵਾਰੀਆਂ ਦੀ ਹੜਤਾਲ ਚੱਲਦੀ ਆ, ਉਹ ਸਰਕਾਰਾਂ ਦੀਆਂ ਗਲਤੀਆਂ, ਉਹ ਤੁਹਾਡੀ ਆਪਣੀ ਗਲਤੀ, ਉਹ ਕਿਸਾਨਾਂ ਦੀ ਗਲਤੀ ਕਰਕੇ ਤਾਂ ਪਟਵਾਰੀਆਂ ਦੀ ਹੜਤਾਲ ਨਹੀਂ ਨਾ ਚੱਲਦੀ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਾਈ ਜਾਵੇ, ਕਿਉਂਕਿ ਸਭ ਤੋਂ ਪਹਿਲਾਂ ਗਿਰਦਾਵਰੀ ਹੋਊਗੀ ਜਿਹੜਾ ਸਿਸਟਮ ਨਾਲ ਆ। ਗਿਰਦਾਵਰੀ ਹੋਣੇ ਤੋਂ ਬਾਅਦ ਫਿਰ ਜਿਹੜਾ ਅਸੀਂ ਸਰਕਾਰ ਨੂੰ ਮੁਆਵਜ਼ੇ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਸੰਘਰਸ਼ ਕਰਾਂਗੇ, ਕਿਉਂਕਿ ਸੌਖਾ ਤਾਂ ਇਹਨਾਂ ਨੇ ਮੁਆਵਜ਼ਾ ਦੇਣਾ ਨਹੀਂ ਹੈ। ਇਸ ਇਲਾਕੇ ਦੇ ਜਿੰਨੇ 15-20 ਹਜ਼ਾਰ ਏਕੜ ਦੇ ਲੋਕ ਜੋ ਕਿਸਾਨ ਖੇਤੀ ਕਰਦੇ ਮੱਕੀ ਦੀ, ਉਹ ਬਰਬਾਦ ਹੋ ਚੁੱਕੇ ਆ, ਪਰ ਇਹਨਾਂ ਸਿਆਸੀ ਲੋਕਾਂ ਦੀ ਸਿਹਤ ਤੇ ਕੋਈ ਅਸਰ ਨਹੀਂ। ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇੱਥੋਂ ਦੇ ਸਾਰੇ ਲੀਡਰਾਂ ਦੇ ਤੁਸੀਂ ਨਾਮ ਗਿਣਾ ਦਿੱਤੇ, ਜੇ ਕੱਲ ਨੂੰ ਉਹ ਸਾਨੂੰ ਇਹ ਕਹਿ ਦੇਣ, ਸਵਾਲ ਕਰ ਦੇਣ ਬਈ ਅਸੀਂ ਜ਼ਰੂਰੀ ਥੋੜੀ ਵੀ ਗੁਰਿੰਦਰ ਸਿੰਘ ਭੰਗੂ ਦੇ ਨਾਲ ਹੀ ਰਾਬਤਾ ਰੱਖਣਾ, ਅਸੀਂ ਤਾਂ ਅਫਸਰਾਂ ਨੂੰ ਖਿੱਚਿਆ, ਜਾ ਕੇ ਪੁੱਛੋ ਡੀਸੀ ਨੂੰ, ਅਸੀਂ ਤਾਂ ਖੁਦ ਜਾ ਕੇ ਬੈਠ ਕੇ ਕਿਸਾਨਾਂ ਦੇ ਨਾਲ, ਆਮ ਲੋਕਾਂ ਦੇ ਨਾਲ ਗਏ ਤੇ ਉਹਨਾਂ ਦੀ ਮੱਕੀ ਦੀ ਜੋ ਬਰਬਾਦੀ ਹੋਈ ਹੈ ਉਹਦੇ ਬਾਰੇ ਅਸੀਂ ਆਪ ਕਿਹਾ। ਇਹ ਮੈਂ ਦਲੀ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ ਵੀ ਜੇ ਉਹ ਲੋਕ ਇਹ ਕਹਿਣਗੇ, ਜੇ ਸਿਆਸੀ ਲੋਕ ਕਹਿਣਗੇ ਵੀ ਡੀਸੀ ਸਾਹਿਬ ਨੂੰ ਅਸੀਂ ਫੋਨ ਕੀਤਾ ਜਾਂ ਡੀਸੀ ਸਾਹਿਬ ਤੇ ਅਸੀਂ ਪ੍ਰੈਸ਼ਰ ਬਣਾਇਆ, ਕੋਈ ਪ੍ਰੈਸ਼ਰ ਨਹੀਂ ਹੈਗਾ। 15 ਦਿਨ 'ਚ ਸਾਡੀ 30 ਮੀਟਿੰਗ ਕੱਲ ਤੱਕ ਹੋ ਚੁੱਕੀ ਆ, ਤੀਜੀ ਮੀਟਿੰਗ। 3 ਮੀਟਿੰਗਾਂ 'ਚ ਡੀਸੀ ਸਾਹਿਬ ਤੋਂ ਗਿਰਦਾਵਰੀ ਨਹੀਂ ਹੋ ਚੁੱਕੀ, ਤੇ ਫਿਰ ਇਹਨਾਂ ਲੋਕਾਂ ਦੇ ਅਸੀਂ ਕਿਵੇਂ ਮੰਨ ਲਾਂਗੇ ਵੀ ਇਹ ਕਿਸਾਨਾਂ ਨਾਲ ਆ ਜਾਂ ਮਜ਼ਦੂਰਾਂ ਨਾਲ। ਇਹ ਸਿਆਸੀ ਲੋਕ, ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ, ਇਸ ਕਰਕੇ ਮੈਂ ਤੁਹਾਡੇ ਜਰੀਏ ਇੱਕ ਵੱਡੀ ਗੱਲ ਕਹਿਣੀ ਚਾਹੁੰਦਾ ਹੈਗਾ ਵੀ ਅਸੀਂ ਤਾਂ 2 ਮਹੀਨੇ ਪਹਿਲਾਂ ਇਹਨਾਂ ਲੋਕਾਂ ਦਾ ਵਿਰੋਧ ਕਰਤਾ ਸੀਗਾ ਵੀ ਸਾਡੀ ਭਾਈਚਾਰਕ ਸਾਂਝ ਇਹਨਾਂ ਨੇ ਖਰਾਬ ਕਰਨੀ ਆ, ਕਿਉਂਕਿ ਥੋੜੀ ਬਹੁਤੀ ਅਕਲ ਅਸੀਂ ਵੀ ਰੱਖਦੇ ਆ। ਅਸੀਂ ਜਿਹੜਾ ਸਾਡਾ ਸੰਯੁਕਤ ਮੋਰਚਾ, ਅਸੀਂ ਧਰਨਿਆਂ ਤੇ ਘੱਟ 160-70 ਰਾਤਾਂ ਗੁਜ਼ਾਰੀਆਂ, ਆਪਣਾ ਪਰਿਵਾਰ ਦਾ ਵੀ, ਘਰ ਦਾ ਕੰਮ ਵੀ ਕਰਦੇ ਆ। ਪਰ ਦਿੱਲੀ 'ਚ ਅੱਜ ਦੀ ਬਜੌਲਤ ਜਿਹੜੀ ਸਾਡੀ ਜਥੇਬੰਦੀ ਆ, ਟਿਕਰੀ ਬਾਰਡਰ ਤੇ ਵੀ ਪੂਰੀ ਗਿਣਤੀ 'ਚ ਬੈਠੀ ਆ ਤੇ ਕੁੰਡਲੀ ਬਾਰਡਰ ਤੇ ਵੀ ਪੂਰੀ ਬੈਠੀ ਆ। ਲੜਾਈ ਦਿਨ ਰਾਤ ਲੜਦੇ ਆ। ਪਰ ਸੋ ਮੈਂ ਕਹਿਣੀ ਚਾਹੁੰਦਾ ਵੀ ਇਹ ਸਾਰੇ ਡਰਾਮੇ ਆ, ਜਿੰਨੇ ਫੀਸਰ ਜਦੋਂ ਸਰਕਾਰਾਂ ਦੇ ਡਰਾਮੇ ਹੁੰਦੇ ਆ, ਅਫਸਰਾਂ ਨੇ ਵੀ ਉਹੋ ਜਿਹੀ ਕੰਮ ਕਰਨੇ ਹੁੰਦੇ ਆ। 15 ਦਿਨ 'ਚ ਕੋਈ ਗਦਾਵਰੀ ਨਹੀਂ ਹੋਈ। ਅੱਜ ਗਦਾਵਰੀ ਖਾਤਰ ਧਰਨਾ ਲਾਇਆ ਤੇ ਅੱਜ ਐਸਡੀਐਮ ਸਾਹਿਬ ਨੇ ਮਾਈਕ ਤੇ ਬੋਲਿਆ ਵੀ ਅਸੀਂ ਸਾਨੂੰ ਬੁੱਧਵਾਰ ਤੱਕ ਦਾ ਟਾਈਮ ਦੇ ਦਿਓ, ਅਸੀਂ ਪੂਰੀ ਦੀ ਪੂਰੀ ਗਿਰਦਾਵਰੀ ਕਰਾ ਕੇ ਅਸੀਂ ਉੱਪਰ ਰਿਪੋਰਟ ਭੇਜ ਦਾਂਗੇ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਖਿਡਾਰੀ ਜਿੱਤ ਕੇ ਆਏ ਆ ਜਾਂ ਫਿਰ ਪਾਰਟਿਸਿਪੇਟ ਕੀਤਾ 올림픽 ਦੇ ਵਿੱਚ, ਜਿਨ੍ਹਾਂ ਨੇ ਉਹਨਾਂ ਨੂੰ ਖੁਦ ਪਕਵਾਨ ਬਣਾਉਂਦੇ ਨੇ, ਨੌਨ ਵੈਜ ਵੀ ਬਣਦਾ, ਮੁਰਗੇ ਵੀ ਉੱਥੇ ਭੁੰਨੇ ਜਾਂਦੇ ਆ, ਸਾਰਾ ਕੁਝ ਹੁੰਦਾ ਏ, ਉਹਨਾਂ ਨੂੰ ਦਿੱਤਾ ਜਾਂਦਾ। ਪਰ ਜਿਹੜੇ ਅੰਨਦਾਤਾ ਏ ਉਹਨਾਂ ਦੀ ਰੋਟੀ ਦੇ ਉੱਤੇ ਜਦੋਂ ਲੱਤ ਵੱਜਦੀ ਹੈ ਫਿਰ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਜੀ। ਇੱਕ ਮੈਂ ਤੁਹਾਨੂੰ, ਵੈਸੇ ਮੈਂ ਹਿੰਦੀ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਸਾਡੀ ਤਾਂ ਮਾਂ ਬੋਲੀ ਜਿਹੜੀ ਪੰਜਾਬੀ ਆ, ਪਰ ਇੱਕ ਮੈਂ ਕਹਾਵਤ ਸੁਣਾਉਣੀ ਚਾਹੁੰਦਾ। ਇਹ ਲੋਕ ਉਹ ਲੋਕ ਨੇ, ਆਗ ਲਗੇ ਬਸਤੀ ਮੇ ਹਮ ਰਹੇ ਮਸਤੀ ਮੇ। ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਜਾਂ ਅਫੀਸਰ ਹੁੰਦੇ ਆ, ਮਸਤੀ 'ਚ ਰਹਿੰਦੇ ਆ। ਇਹਨਾਂ ਨੂੰ ਵਾਮ ਦਾ ਨਹੀਂ, ਨਾ ਇਹਨਾਂ ਨੂੰ ਦਿੱਲੀ ਦੇ ਧਰਨਿਆਂ ਦਾ, ਨਾ ਜਿਹੜੇ ਪੰਜਾਬ 'ਚ ਲੋਕ ਕਿਤੇ ਮੱਕੀ ਪਿੱਛੇ ਧਰਨਿਆਂ ਤੇ ਬੈਠੇ ਆ, ਕੋਈ ਬਾਰਿਸ਼ 'ਚ ਬੈਠਾ, ਕੋਈ ਗਰਮੀ 'ਚ ਬੈਠਾ, ਇਹਨਾਂ ਦੀ ਸਿਹਤਾਂ ਤੇ ਕੋਈ ਅਸਰ ਨਹੀਂ। ਇਹ ਤਾਂ ਮੁਰਗੇ ਚੱਲਦੇ ਆ ਜੀ ਇਹਨਾਂ ਦੇ। ਹੁਣ ਤਾਂ ਉਹ ਪਤਾ ਨਹੀਂ ਕਿਹੜੀ ਚੀਜ਼ ਸਿੱਖ ਰਹੇ ਆ। ਉਹਨਾਂ ਨੇ ਜੋ ਖਿਡਾਰੀਆਂ ਨੂੰ ਕਰਾਇਆ, ਚਲੋ ਖਿਡਾਰੀਆਂ ਦਾ ਆਓ ਭਗਤ ਕਰਨਾ ਜ਼ਰੂਰੀ ਆ, ਪਰ ਇਹ ਵੀ ਇੱਕ ਡਰਾਮੇਬਾਜ਼ੀ ਆ ਵੀ ਉਹ ਕੈਪਟਨ ਸਾਹਿਬ ਖੁਦ ਬਣਾ ਕੇ ਖਿਲਾ ਰਹੇ ਆ। ਪਰ ਜਿਹੜੀ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ, ਆਵਾਮ ਦਾ ਇਹਨਾਂ ਨੂੰ ਕੋਈ ਚਿੰਤਾ ਨਹੀਂ। ਆਵਾਮ ਵੱਲ ਦੇਖਣ, ਪੰਜਾਬ ਵੱਲ ਦੇਖਣ। ਕੁਛ ਨਹੀਂ ਕਰਿਆ, ਗੱਲਾਂ ਬਾਤਾਂ ਤੋਂ ਬਾਅਦ ਕੁਛ ਨਹੀਂ ਇਹਨਾਂ ਕੋਲ ਹੈਗਾ ਜੀ। ਕਿਸਾਨ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ, ਕਿਸਾਨ ਨੂੰ। ਪਰ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਹੁਣ ਤੁਹਾਡੇ ਜਰੀਏ ਵੀ ਹੁਣ ਤਾਂ ਮਾਵਾਂ ਭੈਣਾਂ ਬੀਬੀਆਂ ਨੂੰ ਵੀ ਰੋਡਾਂ ਤੇ ਆਉਣਾ ਪੈਣਾ, ਇਕੱਲੇ ਕਿਸਾਨ ਨਾਲ ਨਹੀਂ ਚੱਲਣਾ। ਅੱਜ ਦਾ ਮੈਂ ਪੇਪਰ ਦੀ ਤਾਜ਼ੀ ਖਬਰ ਪੜ੍ਹੀ ਆ, ਜਿਹਦੇ ਵਿੱਚ ਟਾਸਕ ਫੋਰਸ ਬਣਾਤੀ ਪਰਾਲੀ ਦੀ। ਹਾਲਾਂਕਿ ਅਸੀਂ 2 ਸਾਲ ਪਹਿਲਾਂ 3 ਸਾਲ ਤੋਂ ਅਸੀਂ ਲੜ ਰਹੇ ਹਾਂ ਪਰਾਲੀ ਦੇ ਵਿਰੁੱਧ। ਹਾਈ ਕੋਰਟ ਤੋਂ ਵੀ ਜਿੱਤੇ ਆ, ਅਸੀਂ ਸੁਪਰੀਮ ਕੋਰਟ ਤੋਂ ਵੀ ਜਿੱਤੇ ਆ। ਉਹ ਜਥੇਬੰਦੀ ਵਿੱਚ ਮੈਂ ਵੀ ਇਨਵੋਲਵ ਸੀਗਾ, ਪਰ ਉਹਦੇ ਵਿੱਚ ਪਿਛਲੇ ਸਾਲ ਤੋਂ 2500 ਰੁਪਏ ਏਕੜ ਦਾ ਇੱਕ ਮੁਆਵਜ਼ਾ ਹੋਇਆ ਉਹ ਪੰਜਾਬ ਸਰਕਾਰ ਨੇ ਦਿੱਤਾ ਨਹੀਂ। ਉੱਥੇ ਸੁਪਰੀਮ ਕੋਰਟ 'ਚ ਪੇਸ਼ ਹੋਏ ਆ ਤੇ ਝੂਠੇਬਾਜ਼ੀਆਂ ਵੀ ਅਸੀਂ ਦੇ ਲਿਆ। ਅੱਜ ਇਹਨਾਂ ਨੇ ਟਾਸਕ ਫੋਰਸ ਬਣਾਤੀ ਆ। ਹਾਲਾਤ ਆਉਣ ਵਾਲੇ ਟਾਈਮ 'ਚ ਵੀ ਬਹੁਤ ਮਾੜੇ ਆ ਕਿਸਾਨਾਂ ਦੇ। ਕਿਸਾਨਾਂ ਨੂੰ ਜਾਗਣਾ ਪੈਣਾ, ਪਰ ਕਿਸਾਨਾਂ ਨੂੰ ਰੋਡਾਂ ਤੇ ਆਉਣਾ ਪੈਣਾ। ਸਾਡਾ ਜਿਹੜਾ ਲੱਗਦਾ, ਸਾਡੀ ਜਿਹੜੀ ਜ਼ਿੰਦਗੀ ਹੈ, ਅਸੀਂ ਦਿਨ ਰਾਤ ਇੱਕ ਕਰਾਂਗੇ, ਪਰ ਸਾਡੀ ਜ਼ਿੰਦਗੀ ਤਾਂ ਧਰਨਿਆਂ 'ਤੇ ਨਿਕਲੂਗੀ। ਪਰ ਲੋਕ ਇਹ ਵੀ ਬਾਈ ਜੀ ਮਾਫ ਕਰਿਓ, ਇਲਜ਼ਾਮ ਨੇ, ਬਹੁਤ ਵੱਡੇ ਦੋਸ਼ ਲਾਉਂਦੇ ਨੇ, ਕਿਉਂਕਿ ਅਸੀਂ ਨਿਰਪੱਖ ਹੋ ਕੇ ਗੱਲ ਕਰਨੀ ਹੁੰਦੀ ਹੈ। ਸਾਨੂੰ ਬਹੁਤ ਲੋਕ ਕਿਸਾਨ ਆਮ ਮਿਲ ਜਾਂਦੇ ਨੇ, ਉਹ ਕਹਿੰਦੇ ਆਮ ਕਿਸਾਨ ਖਾ ਰਹੇ ਜੁੱਤੀਆਂ, ਤੇ ਜਿਹੜੇ ਕਿਸਾਨੀ ਆਗੂ ਨੇ ਵਿੱਚ, ਸਾਰੇ ਨਹੀਂ, ਕੁਝ ਆਗੂ ਉਹ ਸਰਕਾਰ ਨਾਲ ਮਿਲ ਕੇ ਖਾ ਰਹੇ ਪਨੀਰ ਦੇ ਪਕੌੜੇ। ਤੇ ਮਿਲ ਕੇ
ਆਮ ਲੋਕ ਤਾਂ ਪਿਸ ਰਹੇ ਆ, ਆਮ ਕਿਸਾਨ ਤਾਂ ਜੁੱਤੀਆਂ ਖਾ ਰਹੇ ਨੇ ਸੜਕਾਂ ਤੇ ਬਈ ਇਹਨਾਂ ਦੀ ਕਿਤੇ ਨਾ ਕਿਤੇ ਗੱਠ ਸੱਟ ਕੁਛ ਲੋਕ ਸਿਆਸੀ ਨੇ ਮੋਰਚੇ ਵਿੱਚ ਵੀ ਬਈ ਉਹ ਸਾਡਾ ਨੁਕਸਾਨ ਕਰ ਰਹੇ ਨੇ। ਦੇਖੋ ਜੀ, ਮੈਂ ਉਹਨਾਂ ਦੀ ਜਿਹੜੀ ਗੱਲ ਕਿਸਾਨਾਂ ਦੀ ਆਵਾਮ ਦੀ, ਮੈਂ ਉਹਨਾਂ ਦੀ ਗੱਲ ਪਹਿਲਾਂ ਤੋਂ ਰੱਖਦਾ ਆਇਆ। ਸਾਨੂੰ ਅੱਜ ਪੂਰਾ ਸਾਲ ਹੋ ਗਿਆ, 2 ਮਹੀਨੇ ਪੰਜਾਬ ਚਲਾਏ, 10 ਮਹੀਨੇ ਸਾਨੂੰ ਦਿੱਲੀ ਹੋ ਗਏ। ਮੈਂ ਸੰਯੁਕਤ ਮੋਰਚੇ ਦੀਆਂ ਮੀਟਿੰਗਾਂ ਵੀ ਕੀਤੀਆਂ, 32 ਜਥੇਬੰਦੀਆਂ ਦੀਆਂ ਮੀਟਿੰਗਾਂ ਵੀ ਬਹੁਤ ਕਰ ਚੁੱਕੇ ਆ। ਮੈਂ ਆਪਣਾ ਪੱਖ ਰੱਖਦਾ ਗਿਆ। ਜਿਹੜੇ ਕਿਸਾਨ ਗਰਾਊਂਡ ਲੈਵਲ ਤੋਂ ਰੈਲਿਟੀ ਥੱਲੇ ਤੋਂ ਰਿਪੋਰਟ ਦੇ ਰਹੇ ਆ, ਮੈਂ ਉਹਨਾਂ ਨਾਲ ਕਿਤੇ ਨਾ ਕਿਤੇ ਸਹਿਮਤ ਹੈਗਾ। ਜੇ ਉਹਨਾਂ ਦੇ ਮੰਦਰ ਸ਼ੰਕਾ ਆਈ ਤਾਂ ਹੀ ਉਹਨਾਂ ਯਾਰ ਜਿਹੜੇ ਟਰਾਲੀਆਂ 'ਚ ਬੈਠੇ ਆ ਕਿਸਾਨ, ਉਹ ਕਿਤੇ ਦਰਦੀ ਨਹੀਂ ਹੈ। ਮੇਰੀ ਗੱਲ ਸੁਣੋ, ਜਥੇਬੰਦੀਆਂ ਚੱਲ ਮੈਂ ਅੱਜ ਇੱਕ ਜਥੇਬੰਦੀ ਦਾ ਆਗੂ ਆ ਤਾਂ ਮੈਂ ਇਕੱਲਾ ਖੜ ਕੇ ਕਿਵੇਂ ਕੰਮ ਚਲਾ ਲੂੰਗਾ? ਜੇ ਮੇਰੇ ਪਿੱਛੇ ਆਵਾਮ ਆ, ਕਿਸਾਨ ਆ, ਲੜਾਈ ਮੈਂ ਸਰਕਾਰਾਂ ਨਾਲ ਤਾਂ ਹੀ ਲੜ ਸਕਦਾ। ਦਿੱਲੀ 'ਚ ਐਸੇ ਦਰਦੀ ਲੋਕ ਬੈਠੇ ਆ ਜਿਹੜੇ ਆਪਣੇ ਘਰ ਨਹੀਂ ਆ, ਐਸੀਆਂ ਮਾਵਾਂ ਬੈਠੀਆਂ, ਐਸੇ ਭੈਣਾਂ ਬੈਠੀਆਂ, ਐਸੇ ਨੌਜਵਾਨ ਬੈਠੇ ਆ, ਐਸੇ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਆਪਣਾ ਘਰ ਨਹੀਂ ਦੇਖਿਆ ਉੱਥੇ ਆ। ਉਹ ਕੋਈ ਜਥੇਬੰਦੀਆਂ ਦਾ ਕੱਲੀਆਂ ਦਾ ਇਕੱਠ ਨਹੀਂ ਹੈਗਾ। ਇਹ ਚੀਜ਼ ਨੂੰ ਆਪਾਂ ਨੂੰ ਵੀ ਗਰਾਊਂਡ ਲੈਵਲ ਤੇ ਬੜਾ ਸੋਚਣਾ ਚਾਹੀਦਾ। ਇਹ ਜਿਹੜੀ ਸਾਰੀ ਗੱਲ ਜਿਹੜੀ ਲੋਕ ਕਹਿੰਦੇ ਆ, ਇਹਦਾ ਸਪਸ਼ਟੀਕਰਨ ਜਥੇਬੰਦੀਆਂ ਨੂੰ ਦੇਣਾ ਚਾਹੀਦਾ। ਯਾਰ ਜਿਹੜੇ ਟਰਾਲੀਆਂ 'ਚ ਲੋਕ ਬੈਠੇ ਆ, ਉਹ ਕੀ ਕਰ ਲਾ ਟਰਾਲੀਆਂ 'ਚ ਬੈਠ ਕੇ ਸਵੇਰੇ ਜਦੋਂ ਸਟੇਜ ਚਾਲੂ ਹੋਣੀ ਆ ਸੰਯੁਕਤ ਮੋਰਚੇ ਦੀ, ਚਾਹੇ ਉਹ ਕੁੰਡਲੀ ਬਾਰਡਰ ਤੇ ਹੋਵੇ, ਚਾਹੇ ਉਹ ਟਿੱਕਰੀ ਬਾਰਡਰ ਤੇ ਹੋਵੇ, ਉਹਨਾਂ ਨੇ ਆਪਣੀ ਡਿਊਟੀਆਂ ਸਟੇਜ ਤੇ ਪੂਰੀ ਹਾਜ਼ਰੀ ਭਰਨੀਆਂ, ਫਿਰ ਆਪਣਾ ਟਰਾਲੀਆਂ 'ਚ ਆ ਜਾਣਾ। ਯਾਰ ਬਹੁਤ ਵੱਡਾ ਯੋਗਦਾਨ ਆ, ਸਾਡੇ ਜਥੇਬੰਦੀਆਂ ਨਾਲੋਂ ਵੀ ਵੱਡਾ ਯੋਗਦਾਨ ਆ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਟਿਕੇ ਬੈਠੇ ਆ। ਕਿਉਂਕਿ ਉਹਨਾਂ ਦੇ ਵੀ ਕਿਤੇ ਜੋ ਦਰਦ ਹੈ, ਜੇ ਉਹਨਾਂ ਦੇ ਜਿਹੜੇ ਬਲਬਲੇ ਹੈ, ਕਿਤੇ ਨਾ ਕਿਤੇ ਸਹੀ ਹੋ ਸਕਦੇ ਆ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਗੰਨੇ ਦੇ ਸਮੇਂ ਕਰਵਾਇਆ ਗਿਆ ਸੀ, ਕਿ ਹੁਣ ਇੱਥੇ ਫਿਰ ਰਾਣਾ ਕੇਪੀ ਹੋਰਾਂ ਦਾ ਮੂੰਹ ਮਿੱਠਾ ਕਰਵਾਓਗੇ ਜੀ? ਦੇਖੋ ਜੀ, ਜੇ ਤਾਂ ਮੈਂ ਵਿੱਚ ਖੜਿਆ, ਮੈਂ ਤਾਂ ਧੰਨਵਾਦ ਵੀ ਨਹੀਂ ਕਰੂੰਗਾ ਕਿਸੇ ਦਾ, ਕਿਉਂਕਿ ਅਸੀਂ ਆਪਣਾ ਹੱਕ ਮੰਗਿਆ। ਅਸੀਂ ਕਿਸੇ ਦਾ ਕਿਉਂ ਧੰਨਵਾਦ ਕਰੀਏ? ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਗੰਨੇ ਦਾ ਰੇਟ 5 ਸਾਲ ਵਧਿਆ। ਜੇ ਉਹਦੀ ਐਵਰੇਜ ਲਾਈਏ ਸਾਲ ਦਾ 10 ਰੁਪਏ ਬਣਦਾ, ਸਾਡਾ 5 ਸਾਲ ਤੋਂ ਰੇਟ ਨਹੀਂ ਵਧਿਆ। ਫਿਰ ਲੱਡੂ ਖਿਲਾਉਣ ਵਾਲੀ ਕਿਹੜੀ ਗੱਲ ਹੋ ਗਈ? ਜੇ ਆਪਾਂ ਨੇ ਗਲਤੀ ਕਰੀ ਆ ਤਾਂ ਅੱਜ ਕਾਂਗਰਸੀਆਂ ਨੇ ਪਿੱਛੇ ਕਿਸਾਨਾਂ ਦੀ ਲੱਡੂ ਕਰਾਉਂਦੇ ਦੀ ਫੋਟੋ ਤੇ ਬਾਅਦ ਚ ਐਮਐਲਏਆਂ ਦੀ ਲਾ ਲਈ। ਇਹ ਆਪਾਂ ਨਾ ਆਪ ਹਾਸੀ ਨੂੰ ਆਪਾਂ ਖੇਡ ਬਣੇ ਆ। ਪਰ ਜੇ ਉਹਨਾਂ ਨੇ ਰੇਟ ਵਧਾ ਦਿੱਤਾ ਤਾਂ ਕੋਈ ਸਾਨ ਨਹੀਂ ਕਰਤਾ, 5 ਸਾਲ ਦਾ ਰੇਟ ਨਹੀਂ ਵਧਿਆ ਸੀ। ਪਰ ਦੂਜੀ ਗੱਲ, ਇੱਕ ਗੱਲ ਨੂੰ ਇਹ ਲੈ ਕੇ ਬਹਿ ਗਏ ਕਿਸਾਨ ਆਗੂ ਸਤਿਕਾਰਯੋਗ ਆ, ਜਿਨ੍ਹਾਂ ਨੇ ਧਰਨੇ ਲਾਇਆ ਉਹਨਾਂ ਨੂੰ ਵੀ ਪੁੱਛ ਲੈਣਾ ਚਾਹੀਦਾ। ਉਸ ਧਰਨਿਆਂ ਤੇ ਅਸੀਂ ਵੀ ਸਮੂਲੀਅਤ ਕੀਤੀ ਆ, ਪਰ ਮੈਂ ਉੱਥੇ ਜਾਂਦਾ ਰਿਹਾ, ਜਲੰਧਰ ਦੇ ਵਿੱਚ 2 ਵਾਰ ਗਿਆ ਸਮੂਲੀਅਤ ਕਰਨ ਆਪਦੇ ਨਾਲ ਦੇ ਮਤਲਬ ਆਪਣੀ ਟੀਮ ਨੂੰ ਲੈ ਕੇ। ਸੋ ਮੈਂ ਇਹ ਕਹਿਣਾ ਚਾਹੁੰਦਾ, ਕੋਈ ਵੀ ਜੇ ਰੇਟ ਵਧਾਤਾ ਐਡੀ ਕਿਹੜੀ ਨੌਬਤ ਆ ਗਈ ਗੱਲ ਦੀ ਯਾਰ, ਵੀ ਆਪਾਂ ਖੁਸ਼ੀਆਂ 'ਚ ਜਦੇ ਲੱਡੂ ਵੀ ਐਟ ਟਾਈਮ ਪੈਦਾ ਹੋ ਗਏ ਮੂੰਹ ਮਿੱਠਾ ਕਰਾਈਏ। ਮੈਂ ਇਹ ਵੀ ਕਹਿਣਾ ਚਾਹੁੰਦਾ, ਕਿਸਾਨ ਆਗੂ ਨੇ ਇੱਥੋਂ ਬਹੁਤ ਕੁਝ ਸਿੱਖਣਾ ਚਾਹੀਦਾ। ਜੇ ਕੱਲ ਨੂੰ ਅਸੀਂ ਦਿੱਲੀ ਜਿੱਤ ਕੇ ਆ ਜਾਈਏ, ਦੇਖੋ ਕਿਤੇ ਮੋਦੀ ਦੇ ਸਰੋਪਾ ਨਾ ਪਾ ਦਿਓ। ਮੇਰੀ ਹੱਥ ਬਣ ਕੇ ਇਹਨਾਂ ਕਿਸਾਨ ਆਗੂਆਂ ਨੂੰ ਅਪੀਲ ਆ, ਥੋੜਾ ਬਹੁਤਾ ਦੇਖ ਕੇ ਹੀ ਚੱਲਣਾ ਚਾਹੀਦਾ। ਫਿਰ ਇਹ ਚੀਜ਼ਾਂ ਤੇ ਗਰਾਊਂਡ ਲੈਵਲ ਤੇ ਵੱਡਾ ਅਸਰ ਪੈਂਦਾ ਵੀ ਜਦੋਂ ਅੱਜ ਘਿਓ ਖਿਚੜੀ ਹੋ ਗਏ ਕੈਪਟਨ ਨਾਲ, ਤਾਂ ਉਹਨਾਂ ਦਾ ਕਿਤੇ ਨਾ ਕਿਤੇ ਸਾਡੇ ਦਿੱਲੀ ਬਾਰਡਰਾਂ ਤੇ ਜਾਂ ਜਿਹੜੇ ਧਰਨੇ ਚੱਲਦੇ ਆ ਉਹਨਾਂ ਤੇ ਕਿਤੇ ਨਾ ਕਿਤੇ ਗਰਾਊਂਡ ਲੈਵਲ ਤੇ ਅਸਰ ਪੈਂਦਾ। ਸੋ ਬਿਲਕੁਲ ਜੀ, ਇਹ ਸੀ ਗੁਰਿੰਦਰ ਸਿੰਘ ਭੰਗੂ ਜੀ, ਜਿਨ੍ਹਾਂ ਨੇ ਕਿਹਾ ਕਿ ਆਪਾਂ ਨੂੰ ਐਡੀ ਵੱਡੀ ਵੀ ਮਤਲਬ ਕਿ ਇੰਨਾ ਵੀ ਪ੍ਰਸ਼ੰਸਾ ਦੇ ਵਿੱਚ ਜਾਂ ਖੁਸ਼ੀ ਦੇ ਵਿੱਚ ਨਹੀਂ ਆ ਜਾਣਾ ਚਾਹੀਦਾ। ਵੀ ਬੇਸ਼ੱਕ ਤੁਸੀਂ ਨਿਰੋਲ ਹੋ, ਨਿਰਪੱਖ ਹੋ, ਪਰ ਲੋਕ ਤੁਹਾਡੇ ਤੇ ਇਲਜ਼ਾਮਬਾਜ਼ੀਆਂ ਕਰਨ ਲੱਗ ਜਾਣ, ਜਿਹਦਾ ਜਵਾਬ ਦੇਣਾ ਬਾਅਦ ਦੇ ਵਿੱਚ ਔਖਾ ਹੋ ਜੇ, ਕੁਝ ਗੱਲਾਂ ਅਜਿਹੀਆਂ ਹੋ ਜਾਣ। ਜੇ ਇੱਕ ਵਾਰ ਮੂੰਹ ਮਿੱਠਾ ਲੋਕ ਕਹਿੰਦੇ ਕਰਵਾਇਆ ਸੀ, ਕੀ ਫਿਰ ਮੁੜ ਕੇ ਕਿਸਾਨ ਸੁਖੀ ਹੋ ਗਏ ਸਾਰੀ ਉਮਰ ਦੇ ਲਈ? ਜੇ ਮੂੰਹ ਮਿੱਠੇ ਕਰਾਉਣ ਦਾ ਅਸਰ ਅੱਜ ਵੀ ਦੇਖ ਲਓ ਜੀ, ਆ ਬੈਠੇ ਆ ਕਿਸਾਨ ਧਰਨਾ ਲਗਾਈ। ਤੇ ਇਸੇ ਕਰਕੇ ਲੋਕ ਕਹਿੰਦੇ ਨੇ ਵੀ ਇੰਨਾ ਵੀ ਜਿਹੜਾ ਹੈਗਾ ਖੁਸ਼ੀ ਦੇ ਵਿੱਚ ਕੁਝ ਅਜਿਹਾ ਸਟੈਪ ਨਹੀਂ ਚੁੱਕਣਾ ਚਾਹੀਦਾ, ਕਿਉਂਕਿ ਇਹ ਇਹਨਾਂ ਦਾ ਜਿਹੜਾ ਹੈਗਾ ਲੋਕਾਂ ਦੇ ਹੱਕ ਦੇਣੇ ਇਹਨਾਂ ਦੀ ਜ਼ਿੰਮੇਵਾਰੀ ਹੈ। ਇਹਨਾਂ ਨੇ ਜ਼ਿੰਮੇਵਾਰੀ ਦਾ ਠੇਕਾ ਲਿਆ ਹੋਇਆ ਲੋਕਾਂ ਨੂੰ ਖੁਸ਼ ਰੱਖਣ ਦੀ, ਤੇ ਫਿਰ ਜਦੋਂ ਠੇਕਾ ਲੈ ਲਿਆ, ਜ਼ਿੰਮੇਵਾਰ ਆਪਾਂ ਬਣ ਗਏ, ਤੇ ਜੇ ਕਰ ਦਿੱਤਾ ਤਾਂ ਇਹਦੇ ਵਿੱਚ ਇਹ ਤੇ ਹੈ ਨਹੀਂ ਆ ਵੀ ਆਪਾਂ ਦਾ ਤਾਂ ਬਣਦਾ ਹੀ ਨਹੀਂ ਸੀ, ਆਪਾਂ ਨੂੰ ਇਨਾਮ ਦੇ ਤੌਰ ਤੇ ਮਿਲ ਗਿਆ, ਹੱਕ ਮਿਲਿਆ। ਤੇ ਇਸ ਕਰਕੇ ਲੋਕ ਇਹ ਕਹਿ ਰਹੇ ਨੇ ਵੀ ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਜਿਹਦੇ ਬਾਅਦ ਸਾਡੇ ਸੂਝਵਾਨ ਲੀਡਰਾਂ ਦੇ ਉੱਤੇ ਵੀ ਉਂਗਲਾਂ ਉੱਠਣੀਆਂ ਸ਼ੁਰੂ ਹੋ ਜਾਣ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਬੁੰਗਾ ਸਾਹਿਬ।